लॉरेंस गैंग ਦੇ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਦਿੱਲੀ ਪੁਲਿਸ। ਮੂਸੇਵਾਲਾ ਕਤਲकांड ਦੇ ਵਿੱਚ ਵਰਤੇ ਹਥਿਆਰ ਮੁਹੱਈਆ ਕਰਵਾਉਣ ਦਾ ਹੈ ਸ਼ੱਕ। ਪਟਿਆਲਾ ਜੇਲ੍ਹ 'ਚ ਬੰਦ ਸੀ ਨਰੇਸ਼। 24 ਘੰਟਿਆਂ 'ਚ ਹੀ ਅੰਮ੍ਰਿਤਸਰ ਤੋਂ ਵਾਪਸ ਖਰੜ ਸ਼ਿਫਟ ਕੀਤਾ ਗਿਆ ਲॉरेंस। ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਹਵਾਲਾ। ਰਾਣਾ ਕੰਦੋਵਾਲੀਆ ਕੇਸ ਦੇ ਵਿੱਚ ਅੰਮ੍ਰਿਤਸਰ ਪੁਲਿਸ ਕੋਲ ਰਿਮਾਂਡ ਤੇ ਹੈ ਲॉरेंस। ਹੋਰ ਜ਼ਿਲ੍ਹਿਆਂ ਦੀ ਪੁਲਿਸ ਵੀ ਲॉरेंस ਦਾ ਰਿਮਾਂਡ ਲੈਣ ਦੀ ਕਰ ਰਹੀ ਤਿਆਰੀ। ਫਰੀਦਕੋਟ ਅਤੇ ਮੋਗੇ ਦੀ ਪੁਲਿਸ ਰਿਮਾਂਡ ਲਈ ਕਰ ਸਕਦੀ ਹੈ ਅਦਾਲਤ ਦਾ ਰੁਖ। ਫਰੀਦਕੋਟ 'ਚ ਹੋਏ ਗੁਰਲਾਲ ਪਹਿਲਵਾਨ ਦੇ ਕਤਲ ਮਾਮਲੇ 'ਚ ਬੋਲਦਾ ਹੈ ਲॉरेंस ਦਾ ਨਾਮ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ 5ਵਾਂ ਦਿਨ ਦੁਪਹਿਰ 2:30 ਵਜੇ ਸ਼ੁਰੂ ਹੋਏਗੀ ਕਾਰਵਾਈ। ਬਜਟ ਤੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦੇਣਗੇ ਵਿੱਤ ਮੰਤਰੀ ਹਰਪਾਲ ਚੀਮਾ। ਚੰਡੀਗੜ੍ਹ 'ਚ ਹੋ ਰਹੀ GST ਕਾਉਂਸਲ ਦੀ ਬੈਠਕ ਦਾ ਅੱਜ ਦੂਜਾ ਦਿਨ। ਸੂਬਿਆਂ ਨੂੰ ਮੁਆਵਜ਼ੇ ਦੀ ਅਦਾਇਗੀ ਦੇ ਮਸਲੇ ਤੇ ਅੱਜ ਹੋਏਗੀ ਚਰਚਾ। ਕੱਲ ਮੰਤਰੀ ਸਮੂਹ ਦੀਆਂ ਕਈ ਸਿਫਾਰਿਸ਼ਾਂ ਨੂੰ ਦਿੱਤੀ ਗਈ ਸੀ ਹਰੀ ਝੰਡੀ। ਪਠਾਨਕੋਟ 'ਚ ਫੌਜ ਦੀ ਬੈਰਕ 'ਚ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ। ਪਰਿਵਾਰਕ ਮਸਲਿਆਂ ਦੇ ਤੰਜ ਤੋਂ ਭੜਕੇ ਜਵਾਨ ਨੇ 2 ਸੀਨੀਅਰਾਂ ਨੂੰ ਮਾਰੀ ਸੀ ਗੋਲੀ। ਵਾਰਦਾਤ ਵਾਲੇ ਦਿਨ ਵੀ ਦੋਹਾਂ ਨੇ ਨਿੱਜੀ ਮਾਮਲੇ ਤੇ ਕੀਤੀ ਸੀ ਟਿੱਪਣੀ। ਲੁਧਿਆਣਾ STF ਨੇ ਕਰੋੜਾਂ ਰੁਪਏ ਦੀ ਆਈਸ ਡਰੱਗ ਕੀਤੀ ਬਰਾਮਦ। 2 ਤਸਕਰਾਂ ਤੋਂ 21 ਕਿਲੋ ਦੇ ਕਰੀਬ ਮਿਲੀ ਡਰੱਗ। ਕੈਬ ਚਲਾਉਣ ਦੀ ਆੜ 'ਚ ਵੇਚਿਆ ਜਾ ਰਿਹਾ ਸੀ ਨਸ਼ਾ। ਸਾਈਬਰ ਠੱਗਾਂ ਦੀ ਵੱਡੀ ਹਿਮਾਕਤ। DGP VK ਭਾਵਰਾ ਦੀ ਫੋਟੋ ਲਗਾ ਕੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਮੈਸੇਜ। DGP ਨੇ ਸੋਸ਼ਲ ਮੀਡੀਆ ਤੇ ਕੀਤਾ ਸਾਵਧਾਨ। ਕਿਹਾ ਅਜਿਹੇ ਨੰਬਰਾਂ ਤੋਂ ਮੈਸੇਜ ਆਉਣ ਤਾਂ ਸਾਈਬਰ ਕ੍ਰਾਈਮ 'ਚ ਦਿਓ ਸ਼ਿਕਾਇਤ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 12ਵੀਂ ਦੇ ਨਤੀਜਿਆਂ 'ਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ। ਲੁਧਿਆਣਾ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ। ਮਾਨਸਾ ਦੀ ਅਰਸ਼ਪ੍ਰੀਤ ਤੇ ਜੈਤੋ ਦੀ ਕੁਲਵਿੰਦਰ ਕੌਰ ਨੇ ਹਾਸਲ ਕੀਤਾ ਦੂਜਾ ਤੇ ਤੀਜਾ ਸਥਾਨ। ਪੰਜਾਬ ਤੇ ਹਰਿਆਣਾ 'ਚ ਕੱਲ ਦਸਤਕ ਦੇ ਸਕਦਾ ਹੈ ਮੌਨਸੂਨ। ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ। ਅੱਜ ਵੀ ਕਈ ਥਾਈਂ ਪ੍ਰੀ ਮੌਨਸੂਨ ਦੀਆਂ ਫੁਹਾਰਾਂ ਨੇ ਤਪਸ਼ ਭਰੀ ਗਰਮੀ ਤੋਂ ਦਿੱਤੀ ਰਾਹਤ। ਅਮਰਨਾਥ ਯਾਤਰਾ ਦੀ ਹੋਈ ਸ਼ੁਰੂਆਤ। ਪਹਿਲਾ ਜਥਾ ਜੰਮੂ ਬੇਸ ਕੈਂਪ ਤੋਂ ਕਸ਼ਮੀਰ ਲਈ ਹੋਇਆ ਰਵਾਨਾ। 11 ਅਗਸਤ ਤੱਕ ਸ਼ਰਧਾਲੂ ਕਰ ਸਕਣਗੇ ਬਾਬਾ ਬਰਫਾਨੀ ਦੇ ਦਰਸ਼ਨ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਇੱਕ ਵੱਡੀ ਖਬਰ ਦੇ ਨਾਲ। ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਪਟਿਆਲਾ ਜੇਲ੍ਹ ਤੋਂ ਸ਼ਾਰਪ ਸ਼ੂਟਰ ਨਰੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਨਰੇਸ਼ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਹੈ। ਪੁਲਿਸ ਨੇ ਨਰੇਸ਼ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਕਾਤਲਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦਾ ਇਸ ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਨਰੇਸ਼ ਤੋਂ ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਨੇ। ਦਿੱਲੀ ਪੁਲਿਸ ਬਾਕੀ ਮੁਲਜ਼ਮਾਂ ਦੇ ਸਾਹਮਣੇ ਇਸ ਨੂੰ ਬਿਠਾ ਕੇ ਸਵਾਲ ਜਵਾਬ ਕਰੇਗੀ। ਦਿੱਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਚੋਂ 6 ਨੇ ਨਰੇਸ਼ ਦਾ ਨਾਮ ਲਿਆ ਸੀ। लॉरेंस काला जठेड़ी गैंग दे नाल नरेश जुड़िया होया है। लॉरेंस दा करीबी दस्सिया जांदा है। गैंगस्टर नरेश हुशियारपुर दे कीर्ति नगर दा रहन वाला है। शंकर आनंद साडे सहयोगी जुड़े ने और जानकारी दे लई। शंकर, क्या कुछ जानकारी आपके पास? देखिए, आज स्पेशल सेल की टीम विशेष तौर पर नरेश से पूछताछ करेगी और नरेश का जो संबंध है कई हथियार मुहैया कराने वाले लोगों के साथ है। बेसिकली ये अवैध हथियारों का तस्कर है और ये पटियाला जेल में भी रहा है और पिछले उसी समय जब जेल में था उसी दौरान वो कई लोगों के संपर्क में आया था। तो दिल्ली पुलिस की स्पेशल सेल के द्वारा जो पिछले कुछ दिनों पहले जब 2 शूटर को गिरफ्तार किया गया था, उन दोनों शूटरों से जो विशेष तौर पर काफी देर तक पूछताछ की गई, जब काफी जानकारियों को खंगाला गया, तो उसके बाद नरेश का नाम सामने आया था। उसके बाद नरेश के बारे में कई और भी जानकारियां खंगाली गई। तो उसके बाद धीरे धीरे तमाम जो परतें जो हैं वो खुलती चली गई और नरेश की भूमिका के बारे में जानकारी मिली। लिहाजा इसी बात को ध्यान में रखते हुए नरेश को पंजाब से लाया गया और लाने के बाद गिरफ्तार करने के बाद अब इस मामले में आगे की पूछताछ की जा रही है। हालांकि पूछताछ कल देर रात में भी हुई है, लेकिन आज सुबह 9 बजे से औपचारिक तौर पर पूछताछ की प्रक्रिया शुरू हो जाएगी और उससे ये जाना जाएगा किस तरह से हथियारों की खरीद बिक्री हुई थी, किस तरह से लेन देन हुआ था और पैसे का जो पेमेंट है वो किसने किया था, उन हथियारों के लिए पेमेंट किसने किया था, किस माध्यम से किया था। तो इन तमाम मामलों पर आज उससे पूछताछ की जाएगी और ये सिद्धू मूसेवाला हत्याकांड से जुड़े हुए तमाम कनेक्शन को खंगाला जाएगा। तो एक तरह से कहा जा सकता है नरेश की जो भूमिका है वो काफी महत्वपूर्ण है, जो अवैध हथियारों का कारोबार करता है। लिहाजा इसी मामले की गंभीरता में स्पेशल सेल की टीम आज विशेष तौर पर उससे पूछताछ करेगी। जी जी, शुक्रिया शंकर पूरी जानकारी के लिए। नरेश नूं गिरफ्तार किया गया है।
ਜਿਵੇਂ ਸਾਡੇ ਸਹਿਯੋਗੀ ਸ਼ੰਕਰ ਆਨੰਦ ਜਾਣਕਾਰੀ ਦੇ ਰਹੇ ਸਨ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਇਹ ਜੁੜਿਆ ਮਾਮਲਾ ਹੈ। ਨਰੇਸ਼ ਨੂੰ प्रोडक्शन वारंट ते दिल्ली पुलिस ने लिया है ते अवैध हथियारों के मामले च इस तो पुछगिछ की जाएगी। इस ते शक है कि इसे ने कातलों नूं हथियार मुहैया करवाए ने। नरेश तो पुछगिछ के दौरान वड्डे खुलासे हो सकते हैं। 7 दिन का रिमांड हासिल किया है दिल्ली पुलिस ने। पटियाला जेल तो शार्प शूटर नरेश नूं गिरफ्तार किया गया है। इस दे काला जठेड़ी ते लॉरेंस बिश्नोई नाल संबंध दसे जांदे ने ते इस ते शक है कि इसे दे वल्लों सिद्धू मूसेवाला दे कतल दे लई हथियार मुहैया करवाए गए सन। 7 दिन का रिमांड दिल्ली पुलिस ने हासिल किया है। 7 दिन के दौरान इस तो पुछगिछ होएगी। दिल्ली पुलिस ने जिहड़े पहला मुलजम गिरफ्तार किए हुए ने उन्हां दे विचों 6 ने नरेश का नाम लिया सी, जिस तो बाद इसनूं प्रोडक्शन वारंट ते दिल्ली लिजाया गया है। गैंगस्टर लॉरेंस बिश्नोई तो खरड़ दे विच ही पुछगिछ होएगी। 24 घंटिया दे विच ही खरड़ दे विच वापस शिफ्ट कर दिता गया है। अमृतसर अदालत ने कल रिमांड दिता सी ते अमृतसर तो वापस लॉरेंस नूं खरड़ शिफ्ट कर दिता गया है। सुरक्षा कारणों का हवाला दिता गया। पहला भी मानसा कोर्ट दे विचों मानसा पुलिस नूं रिमांड मिलिया सी, लेकिन खरड़ दे विच ही पूछताछ हुंदी रही सी, पुछगिछ हुंदी रही सी ते हुण फिर तो उसनूं एक बार फिर तो खरड़ दे विच शिफ्ट किया गया है। अमृतसर पुलिस नूं 8 दिन का रिमांड हासिल होया है। राणा कंदोवालिया कतल मामले दे विच लॉरेंस बिश्नोई तो पुछगिछ की जानी है। तो एक बार फिर तो अमृतसर तो खरड़ शिफ्ट कर दिता गया है। लॉरेंस तो खरड़ दे विच ही पुछगिछ होएगी। लॉरेंस बिश्नोई दे नाल जुड़ी एक होर वड्डी खबर है। लॉरेंस नूं होर जिलिਆਂ ਦੀ पुलिस भी रिमांड ते लैण ਦੀ ਤਿਆਰੀ कर रही है। पंजाब ਦੇ कई ਜ਼ਿਲ੍ਹਿਆਂ ਦੀ पुलिस ने तैयारी खिंच ਲਈ है। सूत्रां ਦੇ ਹਵਾਲੇ ਨਾਲ ਵੱਡੀ ਖਬਰ है, ਫਰੀਦਕੋਟ ਤੇ ਮੋਗਾ ਪੁਲਿਸ प्रोडक्शन वारंट ਤੇ ਲੈ ਸਕਦੀਆਂ ਨੇ। ਫਰੀਦਕੋਟ ਦੇ ਵਿੱਚ ਗੁਰਲਾਲ ਪਹਿਲਵਾਨ ਦਾ ਕਤਲ ਹੋਇਆ ਸੀ। ਮੋਗਾ ਦੇ ਵਿੱਚ ਵੀ ਕਤਲ ਦੇ ਕੇਸ 'ਚ ਲॉरेंस ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਜਾ ਸਕਦਾ ਹੈ। ਫਿਲਹਾਲ ਅੰਮ੍ਰਿਤਸਰ ਪੁਲਿਸ ਦੇ ਕੋਲ ਰਾਣਾ ਕੰਦੋਵਾਲੀਆ ਕਤਲ ਕੇਸ ਦੇ ਵਿੱਚ 8 ਦਿਨਾਂ ਦਾ रिमांड हासिल है। अमृतसर पुलिस नूं 8 दिन का रिमांड मिलिया। इस तो पहला मानसा पुलिस ने सिद्धू मूसेवाला कतलकांड दे विच लॉरेंस तो लगातार पुछगिछ की ते हुण अमृतसर पुलिस दे वल्लों राणा कंदोवालिया मामले दे विच लॉरेंस बिश्नोई तो पुछगिछ की जावेगी ते हुण होर जिलिਆਂ ਦੀਆਂ ਦੇ ਜਿਹੜੇ ਪੁਲਿਸ ਵਿਭਾਗ ਨੇ ਉਹਨਾਂ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਲॉरेंस ਬਿਸ਼ਨੋਈ ਦਾ ਰਿਮਾਂਡ ਹਾਸਲ ਕਰਨ ਦੀ। ਫਰੀਦਕੋਟ ਤੇ ਮੋਗਾ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਹੈ। ਫਰੀਦਕੋਟ ਤੇ ਮੋਗਾ ਪੁਲਿਸ प्रोडक्शन वारंट ਤੇ लॉरेंस ਬਿਸ਼ਨੋਈ ਨੂੰ ਲੈਣ ਦੀ ਤਿਆਰੀ ਕਰ ਰਹੀਆਂ ਨੇ। ਫਰੀਦਕੋਟ ਦੇ ਵਿੱਚ ਗੁਰਲਾਲ ਪਹਿਲਵਾਨ ਦਾ ਕਤਲ ਹੋਇਆ ਸੀ ਤੇ ਮੋਗਾ ਦੇ ਵਿੱਚ ਵੀ ਕਤਲ ਦੇ ਕੇਸ 'ਚ ਲॉरेंस ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। पंजाब विधानसभा के बजट सैशन का अज 5वां दिन है। अज दोपहर 2:30 बजे कार्रवाई शुरू होएगी। सदन दे विच अज भी हंगामे के आसार ने। बजट ते विरोधियों के सवालों का वित्त मंत्री हरपाल चीमा जवाब देणगे। कल काफी हंगामा भरपूर सैशन रहा। कल बजट के उत्ते चर्चा होनी सी ते उस चर्चा के दौरान काफी हंगामा होया, जिथे आम आदमी पार्टी की सरकार दे वल्लों विरोधियों ते इल्जाम लगाए गए, पिछलियां सरकारां ते इल्जाम लगाए गए। माइनिंग नूं लैके खास करके हरजोत बैंस कैबिनेट मंत्री उन्हां दे वल्लों पिछलियां सरकारां ते काफी इल्जाम लगाए गए, काफी सारे अंकड़े उन्हां दे वल्लों दिते गए तां विरोधियों ने भी उन्हां नूं निशाना बनाया ते कांग्रेस ने वार-वार उन्हां तो यह साबित करने के लिए कहा कि माइनिंग तो 20,000 करोड़ रुपए की कमाई होएगी, इसनूं साबित करके दिखाओ। तो अज भी हंगामा होने के आसार ने। कई सारे मुद्दे कल भी बजट सैशन ते चर्चा सी तो उस बजट के उत्ते चर्चा के दौरान काफी सारा हंगामा वेखण नूं मिलिया। वक्खो वक्खरे मुद्दे चुके गए तो अज भी हंगामा भरपूर सैशन रह सकता है। 2:30 बजे अज सैशन की कार्रवाई शुरू होएगी। 5वां दिन है पंजाब विधानसभा के बजट सैशन का। ਤੇ ਇਸ ਤੋਂ ਪਹਿਲਾਂ ਕੱਲ ਵਿਧਾਨ ਸਭਾ ਦੇ ਵਿੱਚ ਕਈ ਮਸਲਿਆਂ ਤੇ ਬਹਿਸ ਹੋਈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਤੇ ਰਾਜਾ ਵੜਿੰਗ ਵਿਚਾਲੇ ਤਿੱਖੀ ਤਕਰਾਰ ਹੋਈ। ਰਾਜਾ ਵੜਿੰਗ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਮਾਈਨਿੰਗ ਤੋਂ 20,000 ਕਰੋੜ ਦੀ ਆਮਦਨ ਦਾ ਪਲਾਨ ਦੱਸ ਦੇਵੇ ਤਾਂ ਉਹ ਸਦਨ ਦੇ ਵਿੱਚ ਆਉਣਾ ਹੀ ਛੱਡ ਦੇਣਗੇ। ਸਾਲਾਂ ਦੇ ਵਿੱਚ ਸਿਰਫ 1083 ਕਰੋੜ ਮਾਈਨਿੰਗ ਚੋਂ ਆਇਆ। ਪਿਛਲੇ 20 ਸਾਲਾਂ ਦੇ ਵਿੱਚ ਜੇ ਅਨੁਮਾਨ ਲਾ ਲਈਏ ਤੇ ਉੱਤੇ ਕੰਪਾਊਂਡ ਇੰਟਰਸਟ ਕਰ ਲਈਏ ਤਾਂ 40,000 ਕਰੋੜ ਦੀ ਲੁੱਟ ਹੋਈ ਹੈ ਤੇ ਪਿਛਲੇ 5 ਸਾਲਾਂ ਦੇ ਵਿੱਚ 7,000 ਕਰੋੜ ਦੀ ਲੁੱਟ ਤੁਹਾਡੀ ਸਰਕਾਰ ਨੇ ਕੀਤੀ ਹੈ। ਹਾਊਸ ਛੱਡੂਗੇ ਕਿ ਨਹੀਂ ਛੱਡੂਗੇ? ਜਿਹੜੀ ਲੁੱਟ ਹੋਈ ਹੈ ਪਹਿਲਾਂ ਇਹ ਲੈ ਕੇ ਹੁਣ 20,000 ਕਰੋੜ ਰੁਪਇਆ। ਮੈਂ ਇਹ ਕਿਹਾ ਮੈਂ ਸਦਨ ਦੇ ਵਿੱਚ ਨਹੀਂ ਆਵਾਂਗਾ ਜੇ 20,000 ਕਰੋੜ ਰੁਪਏ ਦਾ ਇਹਨਾਂ ਨੇ ਰੈਵਨਿਊ ਆ ਗਿਆ ਤਾਂ ਨਹੀਂ ਆਵਾਂਗਾ। ਪਿਛਲੀ ਸਰਕਾਰ ਦੇ ਵਿੱਚ ਸਰ ਮੈਕਸਿਮਮ ਜਿਹੜੀ ਡੇਲੀ ਮਾਈਨਿੰਗ ਹੁੰਦੀ ਸੀ ਉਹ 40,000 ਮੈਟ੍ਰਿਕ ਟਨ ਸੀ। ਅੱਜ ਸਰ ਕੱਲੀ 40,000 ਮੈਟ੍ਰਿਕ ਟਨ ਪਠਾਨਕੋਟ ਚੋਂ ਕਰ ਰਹੇ ਹਾਂ ਅਸੀਂ, ਕਿਉਂਕਿ ਇੱਕ ਇੱਕ ਟਰੱਕ ਪੰਜਾਬ ਸਰਕਾਰ ਦੇ ਪੋਰਟਲ ਤੇ ਚੜ ਰਿਹਾ। ਇਹ ਕਿਤੇ 40 ਲੱਖ ਟਨ ਕਦੀ ਕੁਝ ਕਹੀ ਜਾਂਦੇ ਆ,
ਜੇ ਇਹਨਾਂ ਨੇ ਸਭ ਕੁਝ ਵਧਾ ਲਿਆ ਤੇ ਇਨਕਮ ਕਿਉਂ ਨਹੀਂ ਵਧ ਰਹੀ? ਮੈਂ ਤੇ ਇਹੋ ਸਵਾਲ ਕਰਦਾ। ਇੱਕ ਮਿੰਟ ਖਲੋਇਓ ਯਾਰ, ਇਹ ਪਹਿਲੋਂ ਇਨਕਮ ਵਧਾਉਣ, 20,000 ਨੂੰ ਪਹੁੰਚਣ, ਫਿਰ ਕਿਸੇ ਨੂੰ ਨਿੱਦਣ, ਫਿਰ ਗੱਲ ਕਰਾਂਗੇ। ਤਾਂ ਅੱਗੇ ਵਧਦੇ ਹਾਂ। ਵਿਧਾਨ ਸਭਾ ਦੇ ਵਿੱਚ ਯੂਪੀ ਦੇ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਲੈ ਕੇ ਵੀ ਖੂਬ ਚਰਚਾ ਹੋਈ। ਸੱਤਾ ਧਿਰ ਤੇ ਕਾਂਗਰਸ ਦੇ ਵਿਚਾਲੇ ਜ਼ੁਬਾਨੀ ਜੰਗ ਦੇਖਣ ਨੂੰ ਮਿਲੀ। ਜੇਲ੍ਹ ਮੰਤਰੀ ਨੇ ਪਿਛਲੀ ਸਰਕਾਰ ਤੇ ਸਵਾਲਾਂ ਦੀ ਝੜੀ ਲਾ ਦਿੱਤੀ ਤਾਂ ਕਾਂਗਰਸ ਨੇ ਸਬੂਤ ਪੇਸ਼ ਕਰਨ ਦੀ ਚੁਣੌਤੀ ਦਿੱਤੀ। यूपी ਦਾ ਬਾਹੂਬਲੀ ਮੁਖਤਾਰ ਅੰਸਾਰੀ ਵਾਪਸ ਯੂਪੀ ਦੀ ਜੇਲ੍ਹ ਦੇ ਵਿੱਚ ਚਲਾ ਗਿਆ, ਪਰ ਉਸ ਦੇ ਨਾਮ ਦੀ ਗੂੰਜ ਪੰਜਾਬ ਵਿਧਾਨ ਸਭਾ ਦੇ ਵਿੱਚ ਸੁਣਾਈ ਦਿੱਤੀ। ਸੱਤਾਧਾਰੀ ਧਿਰ ਤੇ ਕਾਂਗਰਸ ਦੇ ਵਿਚਾਲੇ ਇਲਜ਼ਾਮ ਤਰਾਸ਼ੀਆਂ ਹੋਈਆਂ। ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਨੇ ਇੱਕ ਫਰਜ਼ੀ FIR ਦਰਜ ਕਰਕੇ ਮੁਖਤਾਰ ਅੰਸਾਰੀ ਨੂੰ 2 ਸਾਲ ਦੇ ਕਰੀਬ ਪੰਜਾਬ ਦੀ ਰੋਪੜ ਜੇਲ੍ਹ ਦੇ ਵਿੱਚ ਰੱਖਿਆ, VIP ਟ੍ਰੀਟਮੈਂਟ ਦਿੱਤਾ। ਅੰਸਾਰੀ ਦੀ ਪੈਰਵੀ ਤੇ 55 ਲੱਖ ਰੁਪਏ ਖਰਚ ਦਿੱਤੇ। ਬੈਂਸ ਨੇ ਕਾਂਗਰਸ ਤੇ ਅੰਸਾਰੀ ਦੀ ਪੁਸ਼ਤਪਨਾਹੀ ਦੇ ਇਲਜ਼ਾਮ ਲਾਏ ਤਾਂ ਬਾਜਵਾ ਨੇ ਲਾਰੈਂਸ ਬਿਸ਼ਨੋਈ ਤੇ ਜਵਾਬ ਮੰਗ ਲਿਆ। ਮੁਖਤਾਰ ਅੰਸਾਰੀ ਨੂੰ ਬਚਾਉਣ ਦੇ ਲਈ ਸਰ ਸੀਨੀਅਰ ਐਡਵੋਕੇਟ ਜਿਹਦੀ 11 ਲੱਖ ਰੁਪਇਆ ਪੇਸ਼ੀ ਦੀ ਫੀਸ ਸੀ, 11 ਲੱਖ ਰੁਪਇਆ ਇੱਕ ਦਿਨ ਦੀ ਫੀਸ ਸੀ, 55 ਲੱਖ ਦਾ ਬਿੱਲ ਸਾਨੂੰ ਆਇਆ ਹੋਇਆ। 55 ਲੱਖ ਰੁਪਇਆ ਅਸੀਂ ਕਿਉਂ ਦਈਏ? ਇਹ ਲਾਰੈਂਸ ਬਿਸ਼ਨੋਈ ਵੱਲ ਹੋਈ ਹੈ, ਕਿਹੜੀ ਜੇਲ੍ਹ ਵੇਸੀ ਤੇ ਕੀ ਚੱਲਦਾ ਤੇ ਕੌਣ ਕੌਣ ਕਰਾਂਦਾ? ਸ਼ੁਰੂ ਕਰੀਏ ਉੱਥੋਂ। ਦੇਖੋ ਜੀ, ਫਿਰ ਕਿਹਦੇ ਤੇ ਆਏਗਾ ਸਮਝੇ? ਤੁਹਾਡੇ ਹਰਜੋਤ ਬੈਂਸ ਨੇ ਵੀ ਦਾਅਵਾ ਕੀਤਾ ਕਿ ਜੇਲ੍ਹ ਦੇ ਅੰਦਰ ਅੰਸਾਰੀ ਨਾਲ ਉਸ ਦੀ ਪਤਨੀ ਵੀ ਰਹੀ, ਜਿਸ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਲਜ਼ਾਮ ਲਾਉਣ ਦੀ ਥਾਂ ਤੇ ਸਬੂਤ ਦਿਓ, ਸਬੂਤ ਨਹੀਂ ਤਾਂ ਅਸਤੀਫਾ ਦਿਓ। ਸਰ 2 ਸਾਲ 3 ਮਹੀਨੇ ਉਹਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਰੱਖਿਆ ਗਿਆ, ਜਿਸ ਬੈਰਕ ਦੇ ਵਿੱਚ 25 ਬੰਦੇ ਆਣੇ ਚਾਹੀਦੇ ਸੀ। ਹੀ ਵਾਸ ਗਿਵਨ ਅ VIP ਟ੍ਰੀਟਮੈਂਟ। ਉਸ ਦੀ ਵਾਈਫ ਉਸ ਜੇਲ੍ਹ 'ਚ ਨਾਲ ਰਹਿੰਦੀ ਸੀ। ਸਰ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਅੰਸਾਰੀ ਅੰਸੂਰੀ ਦੀ ਘਰ ਦੀ ਰਹਿੰਦੀ ਸੀ, ਨਹੀਂ ਸੀ ਰਹਿੰਦੀ? ਕੈਨ ਯੂ ਪ੍ਰੂਵ ਕਰਦੇ ਉੱਥੇ ਸੀ? ਕੈਨ ਯੂ ਪ੍ਰੂਵ ਯੂ ਆਰ ਜੇਲ੍ਹ ਮਿਨਿਸਟਰ? You are saying this on the floor of the house. If you are not able to ਇਹ ਚੀਜ਼ ਸਾਬਤ ਨਾ ਹੋਈ, you will have to resign. ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਅੰਸਾਰੀ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਜਾਂਚ ਕਰਨ ਦੇ ਹੁਕਮ ਦਿੱਤੇ ਨੇ, ਪਰ ਸਵਾਲ ਇਹੀ ਹੈ ਕਿ ਕੀ ਜਾਂਚ ਦੇ ਨਾਲ ਸੱਚ ਸਾਹਮਣੇ ਆਵੇਗਾ ਜਾਂ ਫਿਰ ਇਲਜ਼ਾਮ ਤਰਾਸ਼ੀਆਂ ਤੱਕ ਹੀ ਸਿਆਸਤਦਾਨ ਸੀਮਤ ਰਹਿਣਗੇ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪੰਕਜ ਕਪਾਹੀ ਤੇ ਅਮਨ ਭਰਤਵਾਜ, ਨਿਊਜ਼ 18। ਜਿਸ ਬੈਰਕ ਦੇ ਵਿੱਚ 25 ਬੰਦੇ ਆਣੇ ਚਾਹੀਦੇ ਸੀ, ਹੀ ਵਾਸ ਗਿਵਨ ਅ VIP ਟ੍ਰੀਟਮੈਂਟ। ਉਸ ਦੀ ਵਾਈਫ ਉਸ ਜੇਲ੍ਹ 'ਚ ਨਾਲ। ਵਿਧਾਨ ਸਭਾ ਦੇ ਵਿੱਚ ਫੌਜ ਭਰਤੀ ਸਕੀਮ ਅਗਨੀਪਥ ਤੇ ਮਤਾ ਲਿਆਂਦਾ ਜਾਏਗਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਸ ਯੋਜਨਾ ਤੇ ਵਿਰੋਧ ਜਤਾਇਆ ਤਾਂ BJP ਇਸ ਸਕੀਮ ਦੇ ਫਾਇਦੇ ਦੱਸਦੀ ਰਹੀ। ਅਗਨੀਪਥ ਸਕੀਮ ਫੌਜ ਦੀ ਭਰਤੀ ਲਈ ਹੈ, ਪਰ ਇਸ ਸਕੀਮ ਦੀ ਚੀਰਫਾੜ ਪੰਜਾਬ ਵਿਧਾਨ ਸਭਾ ਦੇ ਅੰਦਰ ਕੀਤੀ ਗਈ। ਕਾਂਗਰਸ ਨੇ ਸਕੀਮ ਅੰਦਰਲੀਆਂ ਖਾਮੀਆਂ ਇੱਕ-ਇੱਕ ਕਰਕੇ ਗਿਣਾਈਆਂ ਤਾਂ BJP ਨੇ ਸਕੀਮ ਦੇ ਫਾਇਦੇ ਗਿਣਵਾਏ। ਅਸ਼ਵਨੀ ਸ਼ਰਮਾ ਨੇ ਅਗਨੀਪਥ ਸਕੀਮ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਬਲਕਿ ਪੜ੍ਹਾਈ ਤੇ ਸਕਿੱਲ ਡਿਵੈਲਪਮੈਂਟ ਦਾ ਵੀ ਮੌਕਾ ਮਿਲੇਗਾ। ਜਿਸ ਤੇ ਬਾਜਵਾ ਨੇ ਸਵਾਲ ਕੀਤਾ ਕਿ 4 ਸਾਲ ਦੇ ਲਈ ਠੇਕੇ ਤੇ ਰੱਖੇ ਗਏ ਨੌਜਵਾਨ ਚੀਨ ਤੇ ਪਾਕਿਸਤਾਨ ਦੇ ਨਾਲ ਕਿਵੇਂ ਲੜਨਗੇ। 4 ਸਾਲ ਦੀ ਟ੍ਰੇਨਿੰਗ ਦੇ ਅੰਦਰ ਹਰ ਸਾਲ 3 ਮਹੀਨੇ ਦੀ ਛੁੱਟੀ ਹੈ। ਉਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ +2 ਵੀ ਕਰਾਵਾਂਗੇ। +2 ਵੀ ਕਰਵਾਏਗੀ। +2 ਦੇ ਨਾਲ ਜਿਤਨੇ ਸਕਿੱਲ ਦੇ ਦੂਸਰੇ ਅਦਾਰੇ ਨੇ ਉਹਦੇ ਚ ਟ੍ਰੇਨਡ ਕਰੇਗੀ ਔਰ ਆਪਣੇ ਕੋਲੋਂ ਪੈਸਾ ਦੇਗੀ। ਸਾਰੋਂ ਵੱਡਾ ਚੈਲੰਜ ਸਰ ਇਸ ਟਾਈਮ ਜਿਹੜਾ ਇਟ ਇਜ਼ ਅਗੇਂਸਟ ਚਾਈਨਾ ਐਂਡ ਪਾਕਿਸਤਾਨ ਗੈਟਿੰਗ ਟੂਗੇਦਰ। ਅਸੀਂ ਕਦੀ ਤੁਸੀਂ ਮੈਨੂੰ ਦੱਸੋ ਠੇਕੇ ਦੇ ਸਿਪਾਹੀ ਜਿਹੜੇ ਨੇ ਇਹ ਲੜਾਈ ਲੜ ਸਕਦੇ ਨੇ ਜੀ? ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ 25% ਨੌਜਵਾਨ ਤਾਂ ਫੌਜ ਦੇ ਵਿੱਚ ਚਲੇ ਜਾਣਗੇ, ਬਾਕੀਆਂ ਨੂੰ ਹੋਰ ਵਿਭਾਗਾਂ ਦੇ ਵਿੱਚ ਨੌਕਰੀ ਮਿਲ ਜਾਵੇਗੀ। ਤਾਂ ਬਾਜਵਾ ਨੇ ਡਰ ਜਤਾਇਆ ਕਿ ਟ੍ਰੇਨਿੰਗ ਤੋਂ ਬਾਅਦ ਬੇਰੁਜ਼ਗਾਰ ਹੋਏ ਨੌਜਵਾਨਾਂ ਦਾ ਫਾਇਦਾ ਗਲਤ ਅਨਸਰ ਚੁੱਕ ਸਕਦੇ ਨੇ। 25% ਬੱਚੇ ਜਿਹੜੇ ਸਿੱਧਾ ਫੌਜ ਚ ਜਾਣਗੇ। ਉਹਦੇ ਇਲਾਵਾ ਜਿਹੜੇ ਅਲੱਗ-ਅਲੱਗ ਸਕਿੱਲ ਦੇ ਅਦਾਰੇ ਨੇ ਉਹਦੇ ਚ ਜਾਣਗੇ। ਨੇਵੀ ਉਹਨਾਂ ਨੂੰ ਅਲੱਗ ਲਏਗੀ। ਉਹਨਾਂ ਦੇ ਕੋਲ ਇੱਕ ਅਫਸਰ ਆਇਆ ਪਲਾਨ ਇਨ ਲਾਈਨ। ਇਹ ਜਿੰਨੇ ਮੁੰਡੇ ਨੇ ਜਿਨ੍ਹਾਂ 4-4 ਸਾਲ ਜਿਨ੍ਹਾਂ ਨੂੰ ਟ੍ਰੇਨਿੰਗ ਮਿਲਣੀ, ਜਿਸ ਕਿਸਮ ਦੇ ਹਾਲਾਤ ਦੇਸ਼ 'ਚ ਬਣ ਰਹੇ ਨੇ, ਜਦੋਂ ਇਹਨਾਂ ਨੂੰ ਜੌਬ ਕੋਈ ਨਾ ਮਿਲੀ, ਜੋ ਮਰਜ਼ੀ ਕਹੀ ਜਾਣ, ਬੈਠੇ ਲੋਕ ਜਿਹੜੇ ਨੇ ਅੱਜ ਫਰੌਤੀਆਂ ਦਾ ਕੰਮ ਚੱਲਦਾ ਹੈ, they would be the easiest prey. They are looking for sharp shooters. They are looking for people like them. BJP ਮੁਤਾਬਕ ਅਗਨੀਪਥ ਸਕੀਮ ਤਹਿਤ ਅਗਨੀਵੀਰਾਂ ਦਾ ਆਰਥਿਕ ਭਵਿੱਖ ਸੁਰੱਖਿਅਤ ਹੋਵੇਗਾ, ਪਰ ਕਾਂਗਰਸ ਨੂੰ ਇਸ ਪੂਰੀ ਸਕੀਮ ਦੇ ਪਿੱਛੇ ਸਾਜ਼ਿਸ਼ ਨਜ਼ਰ ਆਉਂਦੀ ਹੈ ਅਤੇ ਖਾਸ ਵਰਗ ਨੂੰ ਫਾਇਦਾ ਪਹੁੰਚਾਉਣ ਦੇ ਲਈ ਇਸ ਸਕੀਮ ਨੂੰ ਦੇਖ ਰਹੀ ਹੈ। ਮੈਨੂੰ ਦੱਸੋ 21 ਸਾਲ ਦਾ ਕਿਹੜਾ ਬੱਚਾ ਜਿਹਦੇ ਹੱਥ ਦੇ ਅੰਦਰ 47 ਲੱਖ ਰੁਪਏ ਆ ਜੇ? ਉਹਦੇ ਲਈ ਆਯਾਮ ਖੁੱਲੇ ਨੇ। ਇਹ ਬਹੁਤ ਸੋਚੀ ਸਮਝੀ ਇਹ ਅਜੇ ਗੱਲ ਬਿਲਕੁਲ ਜੋ ਚੀਫ ਮਿਨਿਸਟਰ ਸਾਹਿਬ ਨੇ ਗੱਲ ਕਹੀ। ਇਹ ਕਹਿੰਦੇ ਪਾਲਿਸੀ ਅਸੀਂ ਲਿਆਵਾਂਗੇ
ਤੁਹਾਨੂੰ ਪਤਾ ਬਾਅਦ ਚ ਲੱਗੇਗਾ ਤਾਂ ਪਤਾ ਬਾਅਦ ਚ ਕੀ ਲੱਗਣਾ, ਇਹ ਵੀ ਪਤਾ ਬਾਅਦ ਚ ਹੀ ਲੱਗਣ ਵਾਲੀ ਪਾਲਿਸੀ। ਇਹਦੇ ਚਾਂਦੇ ਸਾਲ ਟੱਪ ਗਏ, ਫਿਰ ਆਪਾਂ ਨੂੰ ਪਤਾ ਲੱਗਣਾ ਕਿ ਇਹ ਭਰਤੀ ਕੀਤੀ ਕਿਹੜੀ ਗਈ ਹੈ, ਕਿਸ ਸੈਕਸ਼ਨ ਦੇ ਹੱਕ ਚ ਕੀਤੀ ਗਈ, ਕਿਸ ਸੈਕਸ਼ਨ ਦੇ ਖਿਲਾਫ ਕੀਤੀ ਗਈ। ਅਗਨੀਪਥ ਸਕੀਮ ਤੇ ਕਾਂਗਰਸ ਨੂੰ ਸੱਤਾਧਾਰੀ ਧਿਰ ਦਾ ਵੀ ਸਾਥ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਸਕੀਮ ਦੇ ਖਿਲਾਫ ਸਭ ਦੀ ਸਹਿਮਤੀ ਦੇ ਨਾਲ ਸਦਨ 'ਚ ਮਤਾ ਲਿਆਉਣ ਦੀ ਗੱਲ ਵੀ ਕਹੀ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਰੈਜ਼ੋਲੂਸ਼ਨ ਤੁਸੀਂ ਕਹੋਗੇ ਆਲ ਪਾਰਟੀ ਜਿਹੜੀ ਸਹਿਮਤੀ ਹੋਊਗੀ ਲੈ ਕੇ ਆਉਣਾ ਚਾਹੀਦਾ ਹੈ। ਔਰ ਕਿਸੇ ਵੀ ਪੱਖੋਂ ਇਹ ਅਗਨੀਪਥ ਨਹੀਂ ਹੈਗਾ। ਅਗਨੀਪਥ ਸਕੀਮ ਫੌਜ ਦੀ ਭਰਤੀ ਲਈ ਲਿਆਂਦੀ ਗਈ ਹੈ, ਜਿਸ ਤਹਿਤ 4 ਸਾਲ ਦੇ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ। ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਟ੍ਰੇਨਿੰਗ ਦੇ ਦੌਰਾਨ ਨੌਜਵਾਨਾਂ ਨੂੰ ਫੌਜੀਆਂ ਵਾਲੇ ਸਾਰੇ ਲਾਭ ਮਿਲਣਗੇ। 4 ਸਾਲ ਦੀ ਟ੍ਰੇਨਿੰਗ ਦੇ ਬਾਅਦ 25% ਨੌਜਵਾਨਾਂ ਨੂੰ ਫੌਜ ਦੇ ਅੰਦਰ ਪੱਕੇ ਤੌਰ ਤੇ ਭਰਤੀ ਕਰ ਲਿਆ ਜਾਵੇਗਾ। ਪਰ ਵਿਰੋਧੀ ਧਿਰਾਂ ਦਾ ਸਵਾਲ ਹੈ ਕਿ ਠੇਕੇ ਤੇ ਰੱਖੇ ਨੌਜਵਾਨ ਦੇਸ਼ ਦੀ ਸੁਰੱਖਿਆ ਕਿਵੇਂ ਕਰਨਗੇ, ਕਿ ਉਹਨਾਂ ਦੇ ਅੰਦਰ ਫੌਜ ਵਾਲੀ ਉਹ ਭਾਵਨਾ ਪੈਦਾ ਹੋ ਸਕੇਗੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ ਤੇ ਅਮਨ ਭਾਰਦਵਾਜ, ਨਿਊਜ਼ 18।